ਹਾਂਜੀ, ਤਰਕਸ਼ੀਲ ਟੀਵੀ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਸਾਡੇ ਨਾਲ ਰਿੰਤੀ ਗਿਲਪਤੀ ਜੀ ਬੈਠੇ ਹੈ। ਇਹਨਾਂ ਬਾਰੇ ਵੈਸੇ ਤਾਂ ਇਹ ਇਸ ਕਿਸੇ ਇੰਟਰੋਡਕਸ਼ਨ 'ਤੇ ਉਹ ਨਹੀਂ ਹੈ, ਲੋੜ ਨਹੀਂ ਹੈ ਇਹਨਾਂ ਨੂੰ, ਪਰ ਫਿਰ ਵੀ ਆਪਾਂ ਥੋੜ੍ਹੀ ਗੱਲ ਦੱਸੀਏ। ਇਹ ਲੰਬਾ ਟਾਈਮ ਖੱਬੇ ਪੱਖੀ ਲਹਿਰਾਂ ਦੇ ਵਿੱਚ ਕੰਮ ਕਰਦੇ ਰਹੇ। ਆਪਣਾ ਜਿਹੜਾ ਸਾਰਾ ਜੀਵਨ ਆ ਉਹ ਇੱਧਰਲੇ ਪਾਸੇ ਲਾਇਆ ਹੈ। ਨੌਜਵਾਨ ਭਾਰਤ ਸਭਾ ਦੇ ਵਿੱਚ ਕੰਮ ਕਰਦੇ ਰਹੇ ਹੈ। ਤਰਕਸ਼ੀਲ ਸੰਸਥਾ ਦੇ ਵਿੱਚ ਇਹਨਾਂ ਨੇ ਮੁੱਢ ਤੋਂ ਹੀ ਕੰਮ ਕਰਦੇ ਰਹੇ ਹੈ। ਜਮਹੂਰੀ ਅਧਿਕਾਰ ਸਭਾ ਦੇ ਵਿੱਚ ਕੰਮ ਕਰਦੇ ਰਹੇ ਹੈ। ਅਤੇ ਹੋਰ ਵੀ ਇਹਨਾਂ ਦੇ ਸ਼ਖਸੀਅਤ ਦੇ ਬਹੁਤ ਸਾਰੇ ਜਿਹੜੇ ਪਾਸੇ ਹੈਗੇ ਉਹ ਜਾਣੀ ਇਹਨੇ ਕਈ ਕਿਤਾਬਾਂ ਵੀ ਲਿਖੀਆਂ ਹੈਗੀਆਂ। ਤਾਂ ਇਹਨਾਂ ਤੋਂ ਹੀ ਆਪਾਂ ਜਾਣੀ ਹੈਗੀ ਆਪਾਂ ਹੋਰ ਡਿਟੇਲ 'ਚ ਨਾ ਜਾ ਕੇ ਇਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਦੀ ਸ਼ਖਸੀਅਤ ਬਾਰੇ, ਇਹਨਾਂ ਬਾਰੇ ਆਪਾਂ ਜਾਣਕਾਰੀ ਹਾਸਲ ਕਰਨ ਲਈ ਅੱਜ ਆਪਣੇ ਕੋਲ ਆਏ ਹੋਏ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ ਇੱਥੇ ਤਰਕਸ਼ੀਲ ਟੀਵੀ ਦੇ ਉੱਤੇ ਪਹੁੰਚਣ 'ਤੇ। ਅਤੇ ਸਭ ਤੋਂ ਪਹਿਲੀ ਜਿਹੜੀ ਅਸੀਂ ਤੁਹਾਨੂੰ ਗੱਲ ਪੁੱਛਣਾ ਚਾਹੁੰਦੇ ਹੈਗੇ ਵੀ ਤੁਸੀਂ ਜਿਹੜਾ ਤੁਹਾਡਾ ਰੁਝਾਨ ਹੈਗਾ ਉਹ ਇਸ ਮਤਲਬ ਇਹ ਸਮਾਜ ਸੇਵਾ ਦੇ ਇਸ ਪਾਸੇ ਵੱਲ ਉਹ ਤੁਹਾਡਾ ਕਿਵੇਂ ਤੁਸੀਂ ਇੱਧਰਲੇ ਪਾਸੇ ਪ੍ਰੇਰਿਤ ਹੋਏ? ਸ਼ੁਰੂ ਤੋਂ ਹੀ ਗਰੋਵਰ ਜੀ ਸਕੂਲ ਵੇਲੇ ਤੋਂ ਹੀ ਇੱਕ ਦੋ ਟੀਚਰ ਇਹੋ ਜਿਹੇ ਮਿਲੇ, ਹੁਣ ਉਹਨਾਂ ਦਾ ਨਾਮ ਤਾਂ ਚੇਤੇ ਤੋਂ ਮਿਟ ਗਿਆ, ਪਤਾ ਨਹੀਂ ਉਹਨਾਂ ਦਾ ਨਾਮ। ਉਹ ਕੁਛ ਇਹੋ ਜਿਹੀਆਂ ਗੱਲਾਂ ਕਰਦੇ ਸੀ, ਲੋਕ ਪੱਖੀ ਗੱਲਾਂ ਕਰਦੇ ਹੁੰਦੇ ਸੀ, ਇਨਸਾਫ ਦੀ ਗੱਲ ਕਰਦੇ ਹੁੰਦੇ ਸੀ। ਗੌਰਮੈਂਟ ਹਾਈ ਸਕੂਲ ਸਿਵੀਆਂ ਦੇ ਵਿੱਚ ਉਸ ਵੇਲੇ ਮੈਂ ਪੜ੍ਹਦਾ ਹੁੰਦਾ ਸੀ। ਪਿੰਡ ਮੇਰਾ 5 ਕਿਲੋਮੀਟਰ ਦੂਰ ਗਿੱਲਪੱਤੀ ਸੀ। ਤਾਂ ਉਸ ਵੇਲੇ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮਨ 'ਚ ਇਹ ਹੋਇਆ ਵੀ ਆਪਾਂ ਹੋਰ ਵੀ ਬਹੁਤ ਕੁਝ ਸਿੱਖੀਏ। ਪੜ੍ਹਨ ਦੀ ਸ਼ੁਰੂ ਤੋਂ ਹੀ ਰੁਚੀ ਸੀ। ਲਾਇਬ੍ਰੇਰੀ ਦੇ ਵਿੱਚੋਂ ਕਿਤਾਬਾਂ ਇਸ਼ੂ ਕਰਵਾ ਕੇ ਪੜ੍ਹਦੇ। ਜਿਹੜੀ ਕਿਤਾਬ ਨੇ ਪਹਿਲੀ ਕਿਤਾਬ ਨੇ ਮੈਨੂੰ ਪ੍ਰਭਾਵਿਤ ਕੀਤਾ ਉਹ ਜਸਵੰਤ ਸਿੰਘ ਕੰਵਲ ਦਾ ਨਾਵਲ ਸੀ ਸੱਚ ਨੂੰ ਫਾਂਸੀ। ਉੱਥੇ ਉਸ ਨਾਵਲ ਤੋਂ ਇਹ ਪ੍ਰਭਾਵਿਤ ਹੋ ਕੇ ਵੀ ਕਿਵੇਂ ਕਿ ਇੱਕ ਬੇਦੋਸ਼ੇ ਬੰਦੇ ਨਾਲ ਬੇਇਨਸਾਫੀ ਹੁੰਦੀ ਆ ਅਤੇ ਇਨਸਾਫ ਦੀ ਲੋੜ ਮਹਿਸੂਸ ਹੋਈ। ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਇੱਧਰਲੇ ਪਾਸੇ ਨੂੰ ਹੌਲੀ ਹੌਲੀ ਜੁੜਦੇ ਗਏ। ਉਸ ਤੋਂ ਬਾਅਦ 10ਵੀਂ ਕਰਨ ਤੋਂ ਬਾਅਦ ਰਜਿੰਦਰਾ ਕੌਨਵੈਂਟ ਕਾਲਜ ਬਠਿੰਡਾ ਦੇ ਵਿੱਚ ਦਾਖਲਾ ਲੈ ਲਿਆ। ਉੱਥੇ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਕੰਮ ਕਰਦੀ ਸੀ, ਉਹਦੇ ਵਿੱਚ ਸ਼ਾਮਲ ਹੋ ਗਏ, ਉਹਦੀ ਮੈਂਬਰਸ਼ਿਪ ਹਾਸਲ ਕਰ ਲਈ। ਬਹੁਤ ਸਾਰੇ ਸਾਥੀਆਂ ਤੋਂ ਗੱਲਾਂ ਬਾਤਾਂ ਸੁਣ ਕੇ, ਰੈਲੀਆਂ 'ਚ ਹਿੱਸਾ ਲੈ ਕੇ ਹੌਲੀ ਹੌਲੀ ਸਮਝ ਨਿਖਰਦੀ ਗਈ, ਹੌਲੀ ਹੌਲੀ ਵਿਕਾਸ ਹੁੰਦਾ ਗਿਆ। ਕਿਸੇ ਵੇਲੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਕਿਸੇ ਵੇਲੇ ਮੈਨੂੰ ਇਸ ਚੀਜ਼ ਦਾ ਇੱਕ ਕਲੀਅਰ ਨਹੀਂ ਸੀ। ਜਿਸ ਤਰ੍ਹਾਂ ਬੰਗਲਾਦੇਸ਼ ਬਣਿਆ ਜਿਹੜੇ ਵੇਲੇ ਮੈਂ ਕਾਲਜ ਪੜ੍ਹਦਾ ਸੀ 1971 ਦੇ ਵਿੱਚ, ਤਾਂ ਉਸ ਵੇਲੇ ਮੇਰੇ ਮਨ 'ਚ ਇੱਕ ਜਜ਼ਬਾ ਹੁੰਦਾ ਸੀ ਵੀ ਮੈਂ ਵੀ ਫੌਜ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਾਂ। ਮੁਜੀਬੁਰ ਰਹਿਮਾਨ ਨੂੰ ਮੈਂ ਸ਼ਹੀਦ ਭਗਤ ਸਿੰਘ ਦੇ ਬਰਾਬਰ ਸਮਝਦਾ ਹੁੰਦਾ ਸੀ ਵੀ ਉਹ ਵੀ ਬੰਗਲਾਦੇਸ਼ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ। ਪਰ ਬਾਅਦ 'ਚ ਮੈਨੂੰ ਇਹ ਪਤਾ ਲੱਗਿਆ ਇੱਕ ਕ੍ਰਾਂਤੀਕਾਰੀਆਂ ਦਾ ਰਾਹ ਸੀ ਸ਼ਹੀਦ ਭਗਤ ਸਿੰਘ ਹੋਰਾਂ ਦਾ ਰਾਹ, ਇੱਕ ਹਾਕਮ ਜਮਾਤਾਂ ਦਾ ਰਾਹ ਸੀ, ਹਾਕਮ ਜਮਾਤਾਂ ਦਾ ਆਪਸੀ ਭੇੜ ਸੀ ਜਿਹਦੇ 'ਚ ਸ਼ੇਖ ਮੁਜੀਬੁਰ ਰਹਿਮਾਨ ਵੀ ਉਹਨਾਂ ਦੇ ਵਿੱਚੋਂ ਇੱਕ ਧਿਰ ਦਾ ਉਹਨਾਂ ਨੂੰ ਲੀਡ ਕਰਦੇ ਸੀ ਹਾਕਮ ਜਮਾਤਾਂ ਨੂੰ। ਫਿਰ ਮੈਨੂੰ ਇਹ ਵਖਰੇਵਾਂ ਸਪਸ਼ਟ ਹੁੰਦਾ ਗਿਆ ਕਿ ਸ਼ੇਖ ਮੁਜੀਬੁਰ ਰਹਿਮਾਨ ਦਾ ਰਾਹ ਹੋਰ ਸੀ, ਸ਼ਹੀਦ ਭਗਤ ਸਿੰਘ ਹੋਰਾਂ ਦਾ, ਉਹਨਾਂ ਦੇ ਸਾਥੀਆਂ ਦਾ ਰਾਹ ਹੋਰ ਸੀ। ਅਤੇ ਉਸ ਤੋਂ ਬਾਅਦ ਮੈਂ ਸ਼ਹੀਦ ਭਗਤ ਸਿੰਘ ਹੋਰਾਂ ਦੀ, ਚੰਦਰ ਸ਼ੇਖਰ ਆਜ਼ਾਦ ਹੋਰਾਂ ਦੀਆਂ ਫੋਟੋਆਂ ਵੀ ਆਪਣੇ ਘਰ 'ਚ ਲਾ ਕੇ ਰੱਖਦਾ ਸੀ ਅਤੇ ਉਸ ਕਿਸਮ ਦਾ ਮੈਂ ਲਿਟਰੇਚਰ ਪੜ੍ਹਦਾ ਸੀ। ਅਤੇ PSU ਨੇ ਮੇਰੇ ਸ਼ੁਰੂ 'ਚ ਮੇਰੇ ਵਿਚਾਰਾਂ ਦੇ ਉੱਤੇ ਕਾਫੀ ਪ੍ਰਭਾਵ ਪਾਇਆ। ਜਿਵੇਂ ਕਿ ਆਮ ਤੌਰ 'ਤੇ ਕਿਹਾ ਜਾਂਦਾ ਹੈਗਾ ਵੀ ਜਿਹੜੇ ਟੀਚਰ ਹੁੰਦਾ ਹੈਗਾ ਉਹ ਵੱਡਾ ਗੁਰੂ ਹੁੰਦਾ ਹੈਗਾ, ਉਹਦਾ ਕਿਸੇ ਦੀ ਸ਼ਖਸੀਅਤ ਉੱਤੇ ਵੱਡਾ ਪ੍ਰਭਾਵ ਹੁੰਦਾ ਹੈਗਾ। ਇਹਨਾਂ ਦੀ ਗੱਲਬਾਤ 'ਚੋਂ ਸਾਨੂੰ ਸਾਫ਼ ਨਜ਼ਰ ਆ ਰਿਹਾ ਹੈਗਾ ਵੀ ਅਧਿਆਪਕਾਂ ਦੇ ਹੱਥ ਵੱਸ ਜਾਂ ਅਧਿਆਪਕਾਂ ਦੀ ਜਿਹੜੀ ਸਹੀ ਅਗਵਾਈ ਹੈਗੀ ਹੈ ਉਹ ਬੰਦੇ ਦੇ ਅੰਦਰਲੇ ਛਿਪੇ ਹੋਏ ਜਿਹੜੇ ਹੈਗੇ ਆ ਟੈਲੈਂਟ ਨੂੰ ਕਹਿ ਲਓ ਜਾਂ ਉੱਧਰ ਦੀ ਸਮਾਜ ਪ੍ਰਤੀ ਉਹ ਕਹਿ ਲਓ ਜੇ ਨੇਚਰ ਕਹਿ ਲਓ ਉਹਨੂੰ ਕਿਵੇਂ ਉਭਾਰ ਸਕਦਾ ਹੈਗਾ। ਤਾਂ ਇਹ ਇਹਨਾਂ ਦੀ ਗੱਲ ਦੇ ਵਿੱਚੋਂ ਪ੍ਰਤੱਖ ਨਜ਼ਰ ਆ ਰਿਹਾ ਹੈਗਾ। ਅੱਗੇ ਅਸੀਂ ਜਾਣਨਾ ਚਾਹਾਂਗੇ ਵੀ ਤਾਂ ਜਾਣੀ ਸ਼ਖਸੀਅਤ ਦੇ ਸਾਰੇ ਪਾਸੇ ਜੇ ਛੂਹਣੇ ਹੋਣ ਮੈਨੂੰ ਲੱਗਦਾ ਵੀ 2 ਘੰਟੇ ਦੀ ਇੰਟਰਵਿਊ ਵੀ ਘੱਟ ਰਹੂਗੀ। ਅਸੀਂ ਜਾਣੀ ਇੱਕ ਤਾਂ ਕਿਉਂਕਿ ਇਹ ਤਰਕਸ਼ੀਲ ਮਤਲਬ ਟੀਵੀ ਦੇ ਉੱਤੋਂ ਗੱਲਬਾਤ ਕਰ ਰਹੇ ਹੈਗੇ ਆ ਵੀ ਇੱਧਰਲੇ ਪਾਸੇ ਉਹਨਾਂ ਦਾ ਲਗਾਵ ਕੀ ਹੋਇਆ, ਇੱਧਰਲੇ ਪਾਸੇ ਉਹ ਕਦੋਂ ਤੋਂ ਜੁੜੇ, ਕੀ ਗੱਲਬਾਤ ਰਹੀ। ਅਤੇ ਇਸ ਤੋਂ ਬਾਅਦ ਇਸ ਕੁਐਸਚਨ ਤੋਂ ਬਾਅਦ ਆਪਾਂ ਜਾਣੀ ਹੋਰ ਕੁਐਸਚਨਾਂ ਦੇ ਉੱਤੇ ਆਪਾਂ ਦੇਖਾਂਗੇ ਵੀ ਇਹਨਾਂ ਦੇ ਪ੍ਰੈਫਰੈਂਸ ਵਾਲੇ ਖੇਤਰ ਕਿਹੜੇ ਹੈਗੇ। ਪਹਿਲਾਂ ਤੁਸੀਂ ਇਸ ਕੁਐਸਚਨ ਦੇ ਉੱਤੇ ਅਸੀਂ ਚਾਹਾਂਗੇ ਵੀ ਚਾਨਣਾ ਪਾਓਗੇ ਵੀ ਤਰਕਸ਼ੀਲ ਜਿਹੜੀ ਸੁਸਾਇਟੀ ਨਾਲ ਤੁਹਾਡਾ ਜਿਹੜਾ ਰਾਬਤਾ ਹੈਗਾ ਉਹ ਕਿਸ ਪੱਧਰ ਦਾ ਰਿਹਾ ਹੈਗਾ, ਹੁਣ ਕਿਸ ਪੱਧਰ ਦਾ ਹੈਗਾ। ਤਾਂ ਇੱਧਰ ਜਿਹੜੀ ਇਹ ਵਿਚਾਰਾਂ ਨੂੰ ਹੈਗਾ ਤੁਸੀਂ ਕਿਵੇਂ ਅਪਣਾਇਆ ਅਤੇ ਹੁਣ ਇਸ ਵਾਸਤੇ ਕੀ ਕਰ ਰਹੇ ਹੋ? ਕਾਲਜ ਟਾਈਮ 'ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਗਰੋਵਰ ਜੀ, ਕਾਲਜ ਟਾਈਮ 'ਤੇ PSU 'ਚ ਕੰਮ ਕਰਦੇ ਸੀ। ਉਸ ਵੇਲੇ ਇੱਕ ਬਹੁਤ ਵੱਡਾ ਐਜੀਟੇਸ਼ਨ, ਮੋਗਾ ਐਜੀਟੇਸ਼ਨ ਲੜਿਆ ਗਿਆ ਜਿਹਦੇ 'ਚ ਪੂਰਾ ਸਰਗਰਮੀ ਨਾਲ ਉਸ 'ਚ ਹਿੱਸਾ ਲਿਆ।
ਸਮਝ ਹੋਰ ਨਿਖਰਦੀ ਗਈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਉਸ ਤੋਂ ਬਾਅਦ BA ਕਰਨ ਤੋਂ ਬਾਅਦ MA 'ਚ ਦਾਖਲਾ ਲੈ ਲਿਆ ਦੇਹਰਾਦੂਨ ਜਿਓਗ੍ਰਾਫੀ ਦੇ ਵਿੱਚ, ਪਰ ਉਹ ਕਿਸੇ ਕਾਰਨਾਂ ਕਰਕੇ, ਪਰਿਵਾਰਕ ਮਜਬੂਰੀਆਂ ਕਰਕੇ ਉੱਥੋਂ ਛੱਡ ਕੇ ਵਾਪਸ ਆਉਣਾ ਪਿਆ। ਉਸ ਵੇਲੇ ਨੌਜਵਾਨ ਭਾਰਤ ਸਭਾ ਨਾਂ ਦੀ ਇੱਕ ਜਥੇਬੰਦੀ ਬਣੀ ਸੀ, ਜਿਹੜੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਅੱਗੇ ਲਿਜਾਣਾ ਚਾਹੁੰਦੀ ਸੀ, ਉਹਨਾਂ ਦੀ ਸੋਚ ਨੂੰ ਅੱਗੇ ਲਿਜਾਣਾ ਚਾਹੁੰਦੀ ਸੀ। ਮੈਂ ਉਹਦੇ 'ਚ ਸ਼ਾਮਲ ਹੋ ਗਿਆ, ਉਹਦੇ 'ਚ ਪੂਰਾ ਸਰਗਰਮ ਹੋ ਗਿਆ। ਪਿੰਡ ਇਕਾਈ ਦਾ ਸਕੱਤਰ, ਫਿਰ ਇਲਾਕੇ ਦਾ ਸਕੱਤਰ, ਫਿਰ ਜ਼ੋਨ ਦਾ ਸਕੱਤਰ, ਅਤੇ ਫਿਰ ਸੂਬਾ ਕਮੇਟੀ 'ਚ ਵੀ ਮੈਂ ਖਜ਼ਾਨਚੀ ਦੇ ਅਹੁਦੇ 'ਤੇ ਲੰਬਾ ਸਮਾਂ ਕੰਮ ਕੀਤਾ। ਅਤੇ ਉੱਥੇ ਵੀ ਜਿਹੜੇ ਹੋਰ ਬਹੁਤ ਸਾਰੇ ਸਾਥੀ ਖੱਬੇ ਪੱਖੀ ਸੋਚਦੇ ਸੀ, ਉਹਨਾਂ ਨਾਲ ਵਿਚਾਰ ਵਟਾਂਦਰੇ ਦੇ ਦੌਰਾਨ ਸਮਝ ਨਿਖਰਦੀ ਗਈ। ਇਹਦੇ 'ਚ ਹੀ ਫਿਰ ਵਹਿਮਾਂ ਭਰਮਾਂ ਬਾਰੇ ਵੀ ਜਿਹੜੀ ਧੁੰਦ ਹੈ ਉਹ ਸਾਫ਼ ਹੁੰਦੀ ਰਹੀ ਵੀ ਵਹਿਮ ਭਰਮ ਇਹ ਇੱਕ ਲੋਕਾਂ ਨੂੰ ਇੱਕ ਜਾਲ 'ਚ ਉਲਝਾਉਣ ਵਾਲੀ ਚੀਜ਼ ਹੈ। ਜਦੋਂ ਪੰਜਾਬ ਦੇ ਵਿੱਚ ਤਰਕਸ਼ੀਲ ਸੁਸਾਇਟੀ ਬਣਨ ਦਾ ਅਮਲ ਚੱਲ ਰਿਹਾ ਸੀ, ਇਹ ਅਮਲ ਡਾਕਟਰ ਇਬਰਾਹਿਮ ਟੀ ਕਾਬੂਰ ਦੀਆਂ ਕਿਤਾਬਾਂ ਦਾ ਜਦੋਂ ਅਨੁਵਾਦ ਹੋ ਕੇ ਪੰਜਾਬੀ 'ਚ ਪਹਿਲੀ ਵਾਰ ਆਇਆ, ਉਸ ਵੇਲੇ ਇੱਕ ਨੌਜਵਾਨਾਂ ਦੇ ਵਿੱਚ ਜਾਂ ਖੱਬੀ ਸੋਚ ਦੇ ਲੋਕਾਂ ਦੇ ਵਿੱਚ ਇੱਕ ਸੋਚ ਉੱਭਰੀ ਕਿ ਇੱਥੇ ਵੀ ਇੱਕ ਇਹੋ ਜਿਹੀ ਸੁਸਾਇਟੀ ਹੋਣੀ ਚਾਹੀਦੀ ਹੈ ਜਿਹੜੀ ਸਾਡੇ ਸਮਾਜ ਨੂੰ ਵਹਿਮਾਂ ਭਰਮਾਂ 'ਚੋਂ ਬਾਹਰ ਕੱਢੇ। ਅਤੇ ਮੈਂ ਸੁਸਾਇਟੀ 'ਚ ਸ਼ਾਮਲ ਹੋ ਗਿਆ। ਇੱਥੇ ਬਠਿੰਡਾ ਇਕਾਈ ਦੇ ਵਿੱਚ ਮੁੱਢਲੇ ਜਿਹੜੇ ਮੈਂਬਰ ਸੀ ਜਿਨ੍ਹਾਂ ਨੇ ਬਣਾਈ, ਉਹਨਾਂ ਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜਾ ਤਰਕਸ਼ੀਲ ਮੈਗਜ਼ੀਨ ਆਉਂਦਾ ਸੀ, ਉਹ ਮੈਗਜ਼ੀਨ ਦੇ ਵਿੱਚ ਵੀ ਮੈਨੂੰ ਸੰਪਾਦਕੀ ਬੋਰਡ ਦੇ ਵਿੱਚ ਇਜਲਾਸ ਦੇ ਵਿੱਚ ਚੁਣਿਆ ਗਿਆ, ਰੱਖਿਆ ਗਿਆ, ਅਤੇ ਸੂਬਾ ਕਮੇਟੀ ਦੀਆਂ ਮੀਟਿੰਗਾਂ ਵੀ ਅਟੈਂਡ ਕਰਦਾ ਰਿਹਾ। ਅਤੇ ਫਿਰ ਇੱਧਰ ਨੂੰ ਵਹਿਮਾਂ ਭਰਮਾਂ ਦੇ ਖਿਲਾਫ ਇੱਕ ਜਿਹੜੀ ਲਹਿਰ ਚੱਲੀ ਪੰਜਾਬ ਦੇ ਵਿੱਚ, ਮਜ਼ਬੂਤ ਲਹਿਰ ਚੱਲੀ, ਉਹਦਾ ਵੀ ਮੈਂ ਇੱਕ ਅੰਗ ਬਣਿਆ। ਇਸ ਤੋਂ ਬਿਨਾਂ ਜਿਵੇਂ ਤੁਸੀਂ ਕੁਝ ਦੱਸਿਆ ਹੈਗਾ ਵੀ ਕਿਤਾਬਾਂ ਵੀ ਤੁਸੀਂ ਲਿਖੀਆਂ, ਤਾਂ ਉਹ ਕਿਤਾਬਾਂ ਬਾਰੇ ਵੀ ਕੁਝ ਬਰੀਫ ਗੱਲ ਵੀ ਕਿਤਾਬਾਂ ਕਿਹੜੀਆਂ ਲਿਖੀਆਂ, ਉਹਨਾਂ ਬਾਰੇ ਕੁਝ ਜਾਣਕਾਰੀ ਦਿਓਗੇ? ਹਾਂਜੀ, ਮੇਰੀ ਪਹਿਲਾਂ ਮੈਂ ਥੋੜ੍ਹਾ ਜਿਹਾ 1 ਮਿੰਟ ਵਾਸਤੇ ਇਹ ਦੱਸਣਾ ਚਾਹੁੰਦਾ ਵੀ ਮੇਰੇ ਲਿਖਣ ਦੀ ਰੁਚੀ ਕਿਵੇਂ ਪੈਦਾ ਹੋਈ। ਤਕਰੀਬਨ 1983-84 ਦੇ ਵਿੱਚ ਪੰਜਾਬੀ ਟ੍ਰਿਬਿਊਨ ਨੇ ਇੱਕ ਫੀਚਰ ਸ਼ੁਰੂ ਕੀਤਾ ਸੀ। ਉਹ ਇੱਕ ਵਿਸ਼ਾ ਦਿੰਦੇ ਹੁੰਦੇ ਸੀ, ਅਤੇ ਵਿਸ਼ੇ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ 250-300 ਸ਼ਬਦਾਂ ਦੇ ਵਿੱਚ ਕੋਈ ਤੁਸੀਂ ਆਪਣੇ ਵਿਚਾਰ ਲਿਖੋ, ਅਤੇ ਉਹਦੇ 'ਚ ਪਹਿਲੇ, ਦੂਜੇ, ਤੀਜੇ ਨੰਬਰ 'ਤੇ ਕੱਢ ਕੇ ਅਸੀਂ ਇਨਾਮ ਭੇਜਾਂਗੇ। ਮੈਂ ਸਭ ਤੋਂ ਪਹਿਲਾਂ ਉਸ ਵੇਲੇ ਇੱਕ ਵਿਸ਼ੇ ਦੇ ਉੱਤੇ ਲਿਖਿਆ, ਅਤੇ ਮੈਂ ਬੜਾ ਹੈਰਾਨ ਹੋਇਆ। ਉਹ ਮੇਰਾ ਵਿਸ਼ਾ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ 'ਤੇ ਆ ਗਿਆ। ਫਿਰ ਅਗਲੀ ਵਾਰ ਫੇਰ ਲਿਖਿਆ, ਉਹ ਦੂਜੇ ਨੰਬਰ 'ਤੇ ਆ ਗਿਆ। ਤੀਜੀ ਵਾਰ ਫੇਰ ਲਿਖਿਆ, ਉਹ ਫੇਰ ਪਹਿਲੇ ਨੰਬਰ 'ਤੇ ਆ ਗਿਆ। ਤਾਂ ਉਸ ਵੇਲੇ ਮੈਨੂੰ ਇਹ ਲੱਗਿਆ ਵੀ ਹਾਂ, ਮੈਂ ਵੀ ਕੁਝ ਲਿਖ ਸਕਦਾ। ਮੈਨੂੰ ਇੱਕ ਆਤਮ ਵਿਸ਼ਵਾਸ ਹੋ ਗਿਆ ਆਪਣੇ ਆਪ 'ਚ ਕਿ ਮੈਂ ਵੀ ਕੁਝ ਨਾ ਕੁਝ ਲਿਖ ਸਕਦਾ। ਕਲਮ ਦੇ ਸਫ਼ਰ 'ਚ ਵੀ ਮੈਂ ਥੋੜ੍ਹਾ ਮੋਟਾ 2 ਕਦਮ ਚੱਲ ਸਕਦਾ। ਉਸ ਤੋਂ ਬਾਅਦ ਫਿਰ ਮੈਂ ਸਭ ਤੋਂ ਪਹਿਲਾਂ ਇੱਕ ਮਿੰਨੀ ਕਹਾਣੀ ਸੰਗ੍ਰਹਿ ਲਿਖਿਆ, ਜ਼ਿੰਦਗੀ, ਜਿਹਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਵਾਨ ਕਰਕੇ ਅਤੇ ਉਹਨਾਂ ਨੇ ਪ੍ਰਕਾਸ਼ਿਤ ਕੀਤਾ। ਫਿਰ ਇੱਕ ਹੋਰ ਕਿਤਾਬ ਲਿਖੀ ਜਿਹੜੀ ਭੌਤਿਕ ਵਿਗਿਆਨ ਦੇ ਤਜਰਬੇ, ਅਸਲ 'ਚ ਉਹ ਨਾਂ ਤੋਂ ਮਾਰ ਖਾ ਗਈ। ਨਾਂ ਉਹਦਾ ਇੱਕ ਗੁਰਬਾਣੀ ਦੀ ਤੁਕ 'ਤੇ ਰੱਖਿਆ ਗਿਆ, ਮਿਟੇ ਅਗਿਆਨ ਬਿਨਸੇ ਅੰਧੇਰਾ, ਜਿਹੜਾ ਘੱਟ ਸਮਝ ਆਉਂਦਾ ਸੀ। ਜੇ ਉਹਦਾ ਨਾਂ ਇਹ ਰੱਖਿਆ ਹੁੰਦਾ ਭੌਤਿਕ ਵਿਗਿਆਨ ਦੇ ਤਜਰਬੇ, ਤਾਂ ਹੋਰ ਵੱਧ ਸਫਲ ਹੁੰਦੀ। ਉਹ ਕਿਤਾਬ ਨੂੰ ਵੀ ਚੰਗਾ ਹੁੰਗਾਰਾ ਮਿਲਿਆ, ਅਤੇ ਉਹ ਕਿਤਾਬ ਵੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪ੍ਰਕਾਸ਼ਨ ਵਿਭਾਗ ਨੇ ਛਾਪੀ। ਫਿਰ ਇੱਕ ਕਿਤਾਬ ਮੈਂ ਲਿਖੀ, ਕਿਉਂਕਿ ਮੈਂ ਨੌਜਵਾਨ ਭਾਰਤ ਸਭਾ 'ਚ ਲੰਮਾ ਸਮਾਂ ਕੰਮ ਕੀਤਾ ਸੀ, ਅਤੇ ਇੱਕ ਲੰਬੇ ਗੈਪ ਤੋਂ ਬਾਅਦ ਮੈਨੂੰ ਇਹ ਲੱਗਦਾ ਸੀ ਕਿ ਜਿਹੜਾ ਉਹ ਇਤਿਹਾਸ ਦੇ ਉਹ ਸਾਲ ਸੀਗੇ, ਉਹ ਕਿਤੇ ਰੁਲ ਨਾ ਜਾਣ, ਫਿਰ ਬਾਅਦ 'ਚ ਕੋਈ ਰੈਫਰੈਂਸ ਨਾ ਮਿਲੇ। ਇਸ ਕਰਕੇ ਮੈਂ ਆਪਣੇ ਕੁਝ ਸਾਥੀਆਂ ਨਾਲ ਸੰਪਰਕ ਕੀਤਾ ਜਿਹੜੇ ਉਸ ਵੇਲੇ ਨੌਜਵਾਨ ਭਾਰਤ ਸਭਾ 'ਚ ਕੰਮ ਕਰਦੇ ਹੁੰਦੇ ਸੀ, ਜਿਨ੍ਹਾਂ 'ਚੋਂ ਸ਼ਾਦ ਮੁਹੰਮਦ ਭਦੌੜ ਨੇ ਮੈਨੂੰ ਕਾਫੀ ਸਹਿਯੋਗ ਦਿੱਤਾ। ਫਿਰ ਮੈਂ ਉਹ ਕਿਤਾਬ ਲਿਖੀ, ਇਤਿਹਾਸ ਦੇ ਝਰੋਖੇ 'ਚੋਂ ਨੌਜਵਾਨ ਭਾਰਤ ਸਭਾ। ਉਹ ਇਸ ਤੋਂ ਅੱਗੇ ਇੱਕ ਕਿਤਾਬ ਫਿਰ ਮੈਂ ਆਪਣੀ ਯਾਦਾਂ ਨਾਲ ਸੰਬੰਧਿਤ ਲਿਖੀ, ਜਿਹਦਾ ਟਾਈਟਲ ਸੀਗਾ ਪਤਨੋਂ ਲੰਘੇ ਪਾਣੀ। 5ਵੀਂ ਕਿਤਾਬ ਮੈਂ ਬ੍ਰਹਿਮੰਡ ਬਾਰੇ ਲਿਖੀ, ਜਿਹੜੀ ਪ੍ਰਿਥਵੀ ਦੇ ਉੱਤੇ ਜ਼ਿੰਦਗੀ ਵਿਕਸੀ ਹੈ। ਇਸ ਤੋਂ ਬਾਅਦ ਬ੍ਰਹਿਮੰਡ ਦੇ ਵਿੱਚ ਹੋਰ ਕਿਤੇ ਜੀਵਨ ਹੈ ਜੀਵਨ ਹੈ ਕਿ ਨਹੀਂ ਹੈ, ਜਾਂ ਕਿਸ ਲੈਵਲ 'ਤੇ ਹੈ, ਕੀ ਸੰਭਾਵਨਾ ਹੈ, ਇਹਨਾਂ ਬਾਰੇ ਮੈਂ ਕਾਫੀ ਸਟੱਡੀ ਕਰਕੇ ਜਿੰਨਾ ਕੁ ਮੈਂ ਲਿਖ ਸਕਿਆ, ਅਤੇ ਇਹਦੇ 'ਤੇ ਇੱਕ ਕਿਤਾਬ ਲਿਖੀ ਜਿਹੜੀ ਕਾਫੀ ਪਾਪੂਲਰ ਹੋਈ, ਬ੍ਰਹਿਮੰਡ ਵਿੱਚ ਜੀਵਨ ਦੀ ਖੋਜ ਅਤੇ ਸੰਭਾਵਨਾ। ਤਰਕਸ਼ੀਲ ਸੁਸਾਇਟੀ ਵੱਲੋਂ ਇੱਕ ਪ੍ਰੀਖਿਆ ਆਰਗੇਨਾਈਜ਼ ਕੀਤੀ ਜਾ ਰਹੀ ਹੈਗੀ ਹੈ, ਤੁਸੀਂ ਸ਼ਾਇਦ ਉਹਦੇ ਵਿੱਚ ਵੀ ਜਿਹੜੀ ਉਹਦੀ ਇੱਕ ਸਿਲੇਬਸ ਹੈਗਾ, ਉਹਦੀ ਬੁੱਕ ਹੈ, ਉਹਦੇ ਵਿੱਚ ਵੀ ਕੋਈ ਆਪਦਾ ਲੇਖ ਦਿੱਤਾ ਮੇਰੇ ਖਿਆਲ ਦੇ ਵਿੱਚ, ਉਹਦੇ ਬਾਰੇ ਵੀ ਦੱਸੋ, ਥੋੜ੍ਹਾ ਬਰੀਫ ਦੇ ਵਿੱਚ ਦੱਸਣਾ। ਹਾਂਜੀ, ਉਹਦੇ 'ਚ
ਮੈਨੂੰ ਜੋ ਤਰਕਸ਼ੀਲ ਸੁਸਾਇਟੀ ਦੀ ਉੱਪਰੋਂ ਸੂਬਾ ਕਮੇਟੀ ਨੇ ਜੋ ਉਹਨਾਂ ਨੇ ਮੇਰੀ ਡਿਊਟੀ ਲਾਈ, ਉਹਨਾਂ ਜਿਹੜੇ ਪਿੱਛੇ 2019 ਦੇ ਵਿੱਚ ਪ੍ਰੀਖਿਆ ਹੋਈ, ਉਹਦਾ ਜਿਹੜਾ ਸਿਲੇਬਸ ਜਾਰੀ ਕੀਤਾ ਗਿਆ ਸੈਕੰਡਰੀ ਦਾ ਅਤੇ ਮਿਡਲ ਦਾ, ਉਹਦੇ ਵਿੱਚ ਮੇਰੇ 5 ਲੇਖ ਸ਼ਾਮਲ ਕੀਤੇ ਗਏ। ਅੱਛਾ, ਤੁਸੀਂ ਲਿਟਰੇਚਰ ਨਾਲ ਜੁੜੇ ਹੋਏ ਹੈਗੇ ਹੋ, ਤਰਕਸ਼ੀਲ ਸੁਸਾਇਟੀ ਨਾਲ ਜੁੜੇ ਹੋਏ ਹੈਗੇ ਹੋ, ਇਸ ਗੱਲ ਨੂੰ ਲੈ ਕੇ ਤੁਸੀਂ ਬਠਿੰਡੇ ਦੇ ਵਿੱਚ ਬੈਠੇ ਹੈਗੇ ਹੋ, ਤਾਂ ਕੀ ਲਿਟਰੇਚਰ ਲੋਕਾਂ ਨੂੰ ਲੈ ਕੇ ਜਾਣ ਦੇ ਵਿੱਚ ਬਠਿੰਡਾ ਇਕਾਈ ਹੈ ਉਹ ਕਿੱਥੇ ਕੁ ਸਟੈਂਡ ਕਰ ਰਹੀ ਹੈਗੀ ਹੈ, ਕਿੰਨਾ ਕੁ ਲਿਟਰੇਚਰ ਲੋਕਾਂ ਤੱਕ ਜਾ ਰਿਹਾ ਹੈਗਾ, ਇਸ ਗੱਲ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦਿਓ। ਹਾਂ, ਬਠਿੰਡਾ ਇਕਾਈ ਨੂੰ ਇਸ ਚੀਜ਼ ਦਾ ਮਾਣ ਹੈ ਕਿ ਵੱਡੀ ਗਿਣਤੀ ਦੇ ਵਿੱਚ ਮੇਰੇ ਖਿਆਲ 'ਚ ਲਗਭਗ 1500 ਜਿਹੜੇ ਮੈਗਜ਼ੀਨ ਹੈ ਤਰਕਸ਼ੀਲ, ਉਹ ਬਠਿੰਡਾ ਇਕਾਈ ਲਾਉਂਦੀ ਹੈ, ਬਠਿੰਡਾ ਜ਼ੋਨ ਦੇ ਵਿੱਚ ਲੱਗਦੇ ਆ, ਜਿਹਦੇ 'ਚ ਵੱਡਾ ਯੋਗਦਾਨ ਬਠਿੰਡਾ ਇਕਾਈ ਦਾ। ਉਹਦੀ ਵਜ੍ਹਾ ਇਹ ਹੈ, ਇੱਥੇ ਜਿਹੜਾ ਜ਼ਿਲ੍ਹਾ ਮਾਨਸਾ ਅਤੇ ਜ਼ਿਲ੍ਹਾ ਬਠਿੰਡਾ ਹੈ, ਇਹ ਖੱਬੇ ਪੱਖੀ ਲਹਿਰਾਂ ਨਾਲ ਜੁੜਿਆ ਰਿਹਾ ਹੈ। ਪਹਿਲਾਂ ਦੇ ਪੁਰਾਣੇ ਸਮਿਆਂ ਤੋਂ ਹੀ ਇੱਥੇ ਖੱਬੇ ਪੱਖੀ ਲਹਿਰਾਂ ਦਾ ਕਾਫੀ ਪ੍ਰਭਾਵ ਰਿਹਾ ਹੈ, ਅਤੇ ਇਸ ਕਰਕੇ ਲੋਕਾਂ ਦੀ ਸੋਚ ਕਾਫੀ ਹੱਦ ਤੱਕ ਮੈਂ ਸਮਝਦਾ ਵੀ ਉਹਨਾਂ ਲਹਿਰਾਂ ਕਰਕੇ ਖੱਬੇ ਪੱਖੀ ਹੈ, ਅਤੇ ਜਿਹਦੇ 'ਚ ਸਾਨੂੰ ਇੱਥੇ ਇਹ ਲਿਟਰੇਚਰ ਜਿਹੜਾ ਤਰਕਸ਼ੀਲ ਸੁਸਾਇਟੀ ਨਾਲ ਸੰਬੰਧਿਤ ਲਿਟਰੇਚਰ ਹੈ, ਇਹ ਲਾਉਣ ਦੇ ਵਿੱਚ ਥੋੜ੍ਹੀ ਜਿਹੀ ਆਸਾਨੀ ਹੋਈ ਹੈ। ਇਹ ਸੀ ਤੁਹਾਡੇ ਲਹਿਰਾਂ ਨਾਲ ਜੁੜੇ ਹੋਏ, ਜਿਵੇਂ ਤੁਸੀਂ ਦੱਸਿਆ ਵੀ ਤਰਕਸ਼ੀਲ ਸੁਸਾਇਟੀ ਦੇ ਵਿੱਚ ਤੁਸੀਂ ਲੰਬਾ ਸਮੇਂ ਤੋਂ ਕੰਮ ਕਰਦੇ ਆ ਰਹੇ ਹੈਗੇ ਹੋ, ਜ਼ਰੂਰ ਕੋਈ ਨਾ ਕੋਈ ਘਟਨਾ ਇਹੋ ਜਿਹੀ ਵਾਪਰੀ ਹੋਊਗੀ ਜਿਹੜੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੋਗੇ। ਹਾਂਜੀ, ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ, ਸਾਡਾ ਜਿਹੜਾ ਮੇਰਾ ਪਰਿਵਾਰਕ ਪਿਛੋਕੜ ਉਹ ਕਾਫੀ ਧਾਰਮਿਕ ਸੀ, ਕੋਈ ਨਸ਼ਿਆਂ ਤੋਂ ਮੁਕਤ ਸੀ। ਇੱਕ ਸੰਸਥਾ ਸੀ, ਉਸ ਸੰਸਥਾ 'ਚ ਮੇਰੇ ਪਰਿਵਾਰ ਦੇ ਮੈਂਬਰ ਉਹਦੇ ਨਾਲ ਜੁੜੇ ਹੋਏ ਸੀ, ਅਤੇ ਉਹ ਬਾਬਿਆਂ ਪ੍ਰਤੀ ਉਹਨਾਂ ਦੀ ਇੰਨੀ ਸ਼ਰਧਾ ਸੀ। ਪਰ ਜਦੋਂ ਹੌਲੀ ਹੌਲੀ ਜਦੋਂ ਮਨ 'ਚ ਸਵਾਲ ਉੱਠਣੇ ਸ਼ੁਰੂ ਹੋ ਗਏ ਤਾਂ ਉਹ ਸ਼ਰਧਾ ਹੌਲੀ ਹੌਲੀ ਟੁੱਟਣੀ ਸ਼ੁਰੂ ਹੋ ਗਈ। ਪਰ ਇਹਦੇ ਨਾਲ ਹੀ ਉਹਨਾਂ ਬਾਬਿਆਂ ਦਾ ਵੀ ਦਬਾਅ ਸੀ, ਉਹ ਧਮਕੀਆਂ ਵੀ ਦਿੰਦੇ ਰਹੇ ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਅਸੀਂ ਪੁਲਿਸ ਨੂੰ ਦੱਸ ਦੇਵਾਂਗੇ, ਅਸੀਂ ਪੁਲਿਸ ਨੂੰ ਕਹਿ ਦਾਂਗੇ ਵੀ ਇਹ ਨਕਸਲੀ ਹੈ, ਹੋਰ ਹੈ, ਇਹੋ ਜਿਹਾ ਉਹ ਕਹਿੰਦੇ ਰਹੇ। ਪਰ ਹੌਲੀ ਹੌਲੀ ਮੈਂ ਅਤੇ ਮੇਰਾ ਛੋਟਾ ਭਰਾ ਬਲਵੀਰ, ਅਸੀਂ ਉਹਨਾਂ ਦੇ ਚੁੰਗਲ ਦੇ ਵਿੱਚੋਂ ਨਿਕਲਣ 'ਚ ਸਫਲ ਹੋ ਗਏ। ਜਿੱਥੋਂ ਤੱਕ ਸਕੂਨ ਦਾ ਸਵਾਲ ਹੈ, ਬਹੁਤ ਸਾਰਾ ਸਮਾਂ ਮੈਂ ਮੈਜਿਕ ਸ਼ੋਅ ਵੀ ਕਰਦਾ ਰਿਹਾ ਤਰਕਸ਼ੀਲ ਸੁਸਾਇਟੀ ਵੱਲੋਂ ਸਟੇਜਾਂ ਦੇ ਉੱਤੇ, ਅਤੇ ਜਿਹੜੇ ਆਪਾਂ ਮਾਨਸਿਕ ਰੋਗੀਆਂ ਦੇ ਸਲਾਹ ਮਸ਼ਵਰਾ ਕੇਂਦਰ 'ਚ ਵੀ ਇੱਥੇ ਬਠਿੰਡੇ ਕੰਮ ਕਰਦਾ ਰਿਹਾ। ਇਸੇ ਸਮੇਂ ਦੌਰਾਨ ਹੀ 3-4 ਕੇਸ ਇਹੋ ਜਿਹੇ ਕੋਈ ਜਿਹੜੇ ਮੈਨੂੰ ਇਕੱਲੇ ਨੂੰ ਡੀਲ ਕਰਨੇ ਪਏ, ਕੋਈ ਦੁਖੀ ਲੋਕ ਸੀਗੇ। ਇੱਕ ਨਾਥਪੁਰਾ ਪਿੰਡ ਨਥਾਣੇ ਦੇ ਕੋਲੇ ਉੱਥੋਂ ਦਾ ਕੇਸ ਸੀ, ਤਾਂ ਉਹ ਕੇਸ ਮੈਂ ਸਫਲਤਾ ਨਾਲ ਹੱਲ ਕੀਤੇ, ਉਹਨਾਂ ਦੇ ਮਨ 'ਚੋਂ ਵਹਿਮ ਭਰਮ ਕੱਢੇ, ਅਤੇ ਉਹ ਹੁਣ ਵੀ ਉਹ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਹੈ। ਇਸ ਤਰ੍ਹਾਂ ਇੱਕ NFL ਦੇ ਵਿੱਚ ਇੱਕ ਮੁਲਾਜ਼ਮ ਸੀ ਕੋਈ ਬਾਹਰਲੀ ਸਟੇਟ ਦਾ, ਉਹਦੀ ਵਾਈਫ ਨੂੰ ਬਹੁਤ ਵੱਡੀ ਸਮੱਸਿਆ ਸੀ, ਉਹ ਹਰ ਵਕਤ ਹੀ ਡਰਦੀ ਰਹਿੰਦੀ ਸੀ, ਜਿਵੇਂ ਸੂਰ ਤੋਂ ਉਹਨੂੰ ਖਾਸ ਤੌਰ 'ਤੇ ਸੀਗਾ ਵੀ ਸੂਰ ਮੇਰਾ ਕੋਈ ਕਰ ਸਕਦਾ। ਕਿਸੇ ਬਾਬੇ ਨੇ ਉਹਨੂੰ ਵਹਿਮ ਪਾਇਆ ਸੀ, ਉਹ ਵੀ ਮੈਂ ਸਫਲਤਾ ਨਾਲ 2-3 ਬੈਠਕਾਂ ਕਰਕੇ ਉਹਨਾਂ ਨੂੰ ਉਹ ਕਰ ਸਕਿਆ। ਇਹਦੇ 'ਚੋਂ ਮੈਨੂੰ ਸਕੂਨ ਵੀ ਮਿਲਿਆ, ਮੈਨੂੰ ਇਹ ਲੱਗਿਆ ਵੀ ਸਮਾਜ ਵਾਸਤੇ ਮੈਂ ਕੁਛ ਨਾ ਕੁਛ ਕੀਤਾ, ਇਹ 'ਚੋਂ ਮੈਨੂੰ ਸੰਤੁਸ਼ਟੀ ਮਿਲੀ। ਇਸ ਤੋਂ ਬਿਨਾਂ ਤੁਸੀਂ ਹੋਰ ਜਿਹੜੇ ਆਪਦੀ ਲਾਈਫ ਦੇ ਕੁਛ ਵਿਸ਼ੇ ਬਾਰੇ ਜਿਹੜੇ ਸਾਡੇ ਨਾਲ ਸਾਂਝਾ ਕਰਨਾ ਚਾਹੋਗੇ, ਅਸੀਂ ਤਾਂ ਕਹਾਂਗੇ ਵੀ ਉਹ ਵਿਸ਼ੇ ਬਾਰੇ ਕੋਈ ਗੱਲਬਾਤ ਕਰੋ। ਮੇਰੀ ਸਭ ਤੋਂ ਵੱਧ ਦਿਲਚਸਪੀ ਬ੍ਰਹਿਮੰਡ ਦੇ ਵਿਸ਼ਿਆਂ ਬਾਰੇ ਹੈ। ਉਹਦੀ ਇੱਕ ਵਜ੍ਹਾ ਹੈ ਵੀ ਜਦੋਂ ਮੈਂ 10ਵੀਂ ਪਾਸ ਕਰਕੇ ਰਜਿੰਦਰਾ ਗੌਰਮੈਂਟ ਕਾਲਜ ਬਠਿੰਡਾ ਦੇ ਵਿੱਚ ਦਾਖਲ ਹੋਇਆ, ਤਾਂ ਉੱਥੇ ਮੈਂ ਸਬਜੈਕਟ ਭੂਗੋਲ, ਜਿਹਨੂੰ ਆਪਾਂ ਜੋਗਰਾਫੀ ਕਹਿੰਦੇ ਹਾਂ, ਉਹ ਸਬਜੈਕਟ ਮੈਂ ਲਿਆ। ਉਹ ਸਬਜੈਕਟ ਦੇ ਵਿੱਚ ਮੇਰੀ ਸ਼ੁਰੂ ਤੋਂ ਹੀ ਦਿਲਚਸਪੀ ਸੀ। ਉਹ ਪੜ੍ਹਾਈ ਦੌਰਾਨ ਉਸ ਤੋਂ ਅਗਾਂਹ ਫਿਰ ਜਦੋਂ ਮੈਂ MA 'ਚ ਦੇਹਰਾਦੂਨ ਪੜ੍ਹਨ ਗਿਆ, DBS ਕਾਲਜ ਦੇਹਰਾਦੂਨ ਦੇ ਵਿੱਚ, ਉੱਥੇ ਵੀ ਮੈਂ ਇਸ ਸਬਜੈਕਟ ਦੀ MA ਕਰਨਾ ਚਾਹੁੰਦਾ ਸੀ। ਕੁਛ ਘਰ ਦੇ ਹਾਲਾਤ ਕਰਕੇ ਮੈਨੂੰ ਵਾਪਸ ਆਉਣਾ ਪਿਆ, ਪਰ ਇਹ 'ਚ ਮੇਰੀ ਦਿਲਚਸਪੀ ਬਣੀ ਰਹੀ। ਮੈਂ ਇਸ ਕਿਸਮ ਦਾ ਲਿਟਰੇਚਰ ਲੱਭ ਕੇ ਪੜ੍ਹਦਾ ਰਿਹਾ, ਬ੍ਰਹਿਮੰਡ ਬਾਰੇ, ਬ੍ਰਹਿਮੰਡ ਕੀ ਹੈ, ਇਹਦਾ ਕਿੰਨਾ ਵਿਸਥਾਰ ਹੈ, ਕਿੱਥੋਂ ਤੱਕ ਹੈ, ਸਾਡੀ ਧਰਤੀ ਦੀ ਕਿੰਨੀ ਕੁ ਔਕਾਤ ਹੈ ਪੂਰੇ ਬ੍ਰਹਿਮੰਡ ਦੇ ਵਿੱਚ, ਜ਼ਿੰਦਗੀ ਕਿਤੇ ਹੈ ਕਿ ਨਹੀਂ ਹੈ। ਜਿੰਨੀਆਂ ਕੋਈ ਅਖਬਾਰਾਂ ਦੀਆਂ ਕੱਟੀਆਂ ਹੁੰਦੀਆਂ ਕਿਤੋਂ ਵੀ ਮੈਨੂੰ ਮਿਲਦਾ, ਉਹ ਮੈਂ ਕੱਟ ਕੇ ਰੱਖ ਲੈਂਦਾ, ਅਤੇ ਇਹ ਮੇਰੇ ਕੋਲ ਕਾਫੀ ਸਾਰਾ ਭੰਡਾਰ ਹੋ ਗਿਆ। ਮੈਂ ਚਾਹੁੰਦਾ ਸੀ ਵੀ ਕੋਈ ਬੰਦਾ ਇਹ ਮੇਰੇ ਸਾਰੇ ਭੰਡਾਰ ਨੂੰ ਸਾਂਭੇ ਅਤੇ ਬ੍ਰਹਿਮੰਡ ਬਾਰੇ ਕੋਈ ਕਿਤਾਬ ਲਿਖੇ, ਪਰ ਮੈਨੂੰ ਕੋਈ ਇਹੋ ਜਿਹਾ ਸੱਜਣ ਮਿਲਿਆ ਨਹੀਂ। ਮੈਂ ਕੋਸ਼ਿਸ਼ ਕੀਤੀ ਕਿ ਕੋਈ ਇੱਧਰ ਨੂੰ ਰੁਚੀ ਦਿਖਾਵੇ। ਫਿਰ ਮੈਂ ਆਪ ਹੀ ਸੋਚਿਆ ਵੀ ਚਲੋ ਜਿੰਨਾ ਕੁ ਮੈਂ ਕਰ ਸਕਦਾ ਇਸ ਪਾਸੇ ਮੈਂ ਕਰਾਂ, ਅਤੇ ਜਿਹਦੇ 'ਚੋਂ ਮੇਰੀ ਉਹ ਕਿਤਾਬ ਨੇ ਜਨਮ ਲਿਆ, ਜਿਹੜੀ ਆਪਾਂ ਬ੍ਰਹਿਮੰਡ ਵਿੱਚ ਜੀਵਨ ਖੋਜ ਅਤੇ ਸੰਭਾਵਨਾ। ਬ੍ਰਹਿਮੰਡ ਵਿੱਚ ਹੀ ਮੇਰੀ ਜ਼ਿਆਦਾ ਦਿਲਚਸਪੀ ਹੈ, ਹੁਣ ਵੀ ਮੈਂ ਇਸ ਕਿਸਮ ਦੇ ਜ਼ਿਆਦਾ ਪੜ੍ਹਦਾ ਰਹਿੰਦਾ। ਤੁਹਾਡੀ ਸ਼ਖਸੀਅਤ ਦੇ ਹੋਰ ਬਹੁਤ ਸਾਰੇ ਪਸਾਰ ਹੋਣਗੇ। ਸਮੇਂ ਦੀ ਸੀਮਤਾਈ ਨੂੰ ਰੱਖਦੇ ਹੋਏ ਅਸੀਂ ਇਸ ਗੱਲ ਨੂੰ ਅੱਜ ਇੱਥੇ ਹੀ ਸਮਾਪਤ ਕਰਾਂਗੇ। ਫਿਰ ਮੌਕਾ ਮਿਲਿਆ ਫਿਰ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ। ਐਂਡ ਦੇ ਵਿੱਚ ਅਸੀਂ ਚਾਹਾਂਗੇ ਵੀ ਤੁਸੀਂ ਸਮਾਜ ਮਤਲਬ ਆਪਦੀ ਸ਼ਖਸੀਅਤ ਦੇ ਰੂਪ ਦੇ ਵਿੱਚ
ਜੋ ਹੈਗਾ ਆਪਣਾ ਕੋਈ ਸੁਨੇਹਾ ਦੇਣਾ ਚਾਹੋ ਸਮਾਜ ਨੂੰ। ਹਾਂ, ਮੈਂ ਆਪਣੇ ਤਰਕਸ਼ੀਲ ਸਾਥੀਆਂ ਨੂੰ, ਉਹਨਾਂ ਨਾਲ ਜੁੜੇ ਹੋਏ ਲੋਕਾਂ ਨੂੰ, ਨੌਜਵਾਨਾਂ ਨੂੰ ਖਾਸ ਤੌਰ 'ਤੇ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ, ਇੱਕ ਤਾਂ ਆਪਣੇ ਘਰ ਪ੍ਰਤੀ, ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਹੁੰਦੀਆਂ, ਇਸ ਤੋਂ ਹਟ ਕੇ ਸਾਡੀ ਸਮਾਜ ਪ੍ਰਤੀ ਵੀ ਜ਼ਿੰਮੇਵਾਰੀਆਂ। ਆਪਾਂ ਨੂੰ ਸਾਰਿਆਂ ਨੂੰ ਸਮਾਜ ਨੂੰ ਜਾਗਰਤ ਕਰਨ ਵਾਸਤੇ ਵੀ ਸਮਾਂ ਕੱਢਣਾ ਚਾਹੀਦਾ, ਕੰਮ ਕਰਨਾ ਚਾਹੀਦਾ। ਜੇ ਅਸੀਂ ਸਮਾਜ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਵਾ ਲਈਏ ਤਾਂ ਫਿਰ ਸਾਨੂੰ ਸਾਡੇ ਹੱਕਾਂ ਬਾਰੇ ਪਤਾ ਲੱਗ ਜੂ, ਸਾਡੇ ਫਰਜ਼ਾਂ ਬਾਰੇ ਪਤਾ ਲੱਗ ਜੂ। ਫਿਰ ਅਸੀਂ ਇੱਕ ਸੋਹਣੀ ਮਨੁੱਖ ਪੱਖੀ, ਲੋਕ ਪੱਖੀ ਜ਼ਿੰਦਗੀ ਉਸਾਰਨ ਵਾਸਤੇ ਕਾਮਯਾਬ ਹੋ ਸਕਦੇ ਹਾਂ। ਭਾਵੇਂ ਇਹਨਾਂ ਨੇ ਬੋਲ ਕੇ ਇਹ ਸੁਨੇਹਾ ਦਿੱਤਾ ਗਾ, ਪਰ ਇਹਨਾਂ ਦੀ ਜਿਹੜੀ ਲਾਈਫ ਹਿਸਟਰੀ ਹੈ, ਜੋ ਇਹਨਾਂ ਨੇ ਦੱਸੀ ਹੈ, ਉਹ ਆਪ ਹੀ ਮੂੰਹੋਂ ਬੋਲ ਕੇ ਇਹ ਸੁਨੇਹਾ ਖੁਦ ਹੀ ਦੇ ਰਹੀ ਹੈਗੀ ਹੈ। ਅਸੀਂ ਬਹੁਤ ਬਹੁਤ ਧੰਨ ਕਰਦੇ ਹਾਂਗੇ ਸਟੂਡੀਓ ਦੇ ਵਿੱਚ ਸਾਡੇ ਕੋਲ ਗਿਲਪਤੀ ਜੀ ਆਏ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰੀ ਟੀਮ ਦਾ।